ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ 471ਵੇਂ ਬਾਈਬਲ ਅਧਿਐਨ ਬੁਲਾਹਟ ਦੇ ਇਸ ਸਤਰ ਵਿੱਚ ਅਸੀਂ ਆਪ ਦਾ ਸਵਾਗਤ ਕਰਦੇ ਹਾਂ। ਇਸ ਵਚਨ ਨੂੰ ਸਿੱਖਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਨਾ ਤਾਂ ਸਾਨੂੰ ਕਦੇ ਛੱਡਦਾ ਹੈ, ਨਾ ਕਦੇ ਤਿਆਗਦਾ ਹੈ, ਅਤੇ ਨਾ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਪਿਤਾ ਕਦੇ ਸਾਨੂੰ ਆਪਣੀ ਪਰਮੇਸ਼ਰ ਪਿਤਾ ਕਿਰਪਾ ਤੋਂ ਦੂਰ ਰੱਖਦਾ ਹੈ। ਅਸੀਂ ਤੇਰੀ ਇਸ ਸਾਰੀ ਭਲਾਈ ਦੇ ਲਈ ਧੰਨਵਾਦ ਕਰਦੇ ਹਾਂ। ਜਦੋਂ ਅਸੀਂ ਅੱਜ ਦੇ ਵਚਨ ਨੂੰ ਪਰਮੇਸ਼ਰ ਪਿਤਾ ਜੋ ਬੁਲਾਹਟ ਤੇ ਸਿੱਖਣ ਜਾ ਰਹੇ ਹਾਂ, ਤਾਂ ਸਾਨੂੰ ਸਿੱਖਣ ਦੇ ਵਿੱਚ ਔਰ ਆਪ ਦੇ ਵਚਨ ਦਾ ਵਿਕਾਸਵਾ ਕਰਨ ਦੇ ਵਿੱਚ ਆਪਣੇ ਪਵਿੱਤਰ ਆਤਮਾ ਦੇ ਰਾਹੀਂ ਸਾਡੀ ਮਦਦ ਕਰ, ਤਾਂ ਕਿ ਅਸੀਂ ਤੇਰੇ ਵਚਨ ਦੀ ਗੂੜ ਸੱਚਾਈ ਨੂੰ ਸਿੱਖਦਿਆਂ ਹੋਇਆਂ ਜੋ ਤੇਰੀ ਬੁਲਾਹਟ ਸਾਡੇ ਜੀਵਨ ਵਿੱਚ ਹੈ, ਉਸ ਦੇ ਇੱਕ ਇੱਕ ਕਦਮ ਦੇ ਰਾਹੀਂ ਤੇਰੇ ਵਚਨ ਦੀ ਪ੍ਰਗਾੜਤਾ ਦੇ ਵਿੱਚ ਅੱਗੇ ਵਧਦੇ ਜਾਈਏ ਔਰ ਤੇਰੀ ਜਿਉਂਦੀ ਆਸ ਵਿੱਚ ਮਿਲੀਏ। ਅਜਿਹਾ ਹੋਣ ਦੇ ਲਈ ਮਦਦ ਕਰ, ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ, ਆਮੇਨ। ਪਿਆਰੇ ਅਜ਼ੀਜ਼, ਮੈਂ ਆਪ ਨੂੰ ਦੱਸ ਰਿਹਾ ਹਾਂ ਕਿ ਅਸੀਂ ਮਰਕੁਸ ਦੀ ਅੰਜੀਲ ਉਸ ਦਾ 8 ਅਧਿਆਏ ਉਸ ਦੀ 34 ਆਇਤ ਤੋਂ ਮੈਂ ਇਹ ਬੁਲਾਹਟ ਦਾ ਵਚਨ ਸ਼ੁਰੂ ਕੀਤਾ ਸੀ। ਤਦ ਉਸਨੇ ਭੀੜ ਨੂੰ ਆਪਣੇ ਚੇਲਿਆਂ ਸਣੇ ਕੋਲ ਸੱਦ ਕੇ ਆਖਿਆ, ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਪਰਮੇਸ਼ਰ ਜਦੋਂ ਬੁਲਾਉਂਦਾ ਹੈ ਤਾਂ ਉਸ ਦਾ ਬੁਲਾਉਣ ਦਾ ਤਰੀਕਾ ਸਾਡੇ ਜੀਵਨ ਦੇ ਵਿੱਚ ਸਪਸ਼ਟ ਹੈ, ਔਰ ਉਸ ਸਪਸ਼ਟਤਾ ਦੇ ਵਿੱਚ ਉਹ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਗੱਲਾਂ ਦੇਖਣਾ ਚਾਹੁੰਦਾ ਹੈ, ਉਹ ਮੈਂ ਆਪ ਨੂੰ ਪਿਛਲੇ 2 ਸਤਰ ਦੇ ਵਿੱਚ ਦੱਸ ਚੁੱਕਾ ਹਾਂ। ਔਰ ਅੱਜ ਦੇ ਆਪਣਾ ਇਸ ਦਿਨ ਦੇ ਵਿੱਚ ਮੈਂ ਗੱਲ ਕਰਨ ਤੋਂ ਪਹਿਲਾਂ ਅਸੀਂ ਪਿਛਲੇ ਕੱਲ ਕੀ ਸਿੱਖਿਆ ਸੀ ਉਸ ਦੇ ਬਾਰੇ ਮੈਂ ਦੱਸ ਸਕਦਾ ਹਾਂ। ਡਿਨਾਈ ਯੋਰ ਸੈਲਫ, ਤੁਹਾਡਾ ਖੁਦ ਦਾ ਇਨਕਾਰ। ਸੈਪਰੇਸ਼ਨ ਫਰੋਮ ਦਾ ਵਰਲਡ, ਤੁਹਾਡਾ ਸੰਸਾਰ ਤੋਂ ਅਲੱਗ ਹੋਣਾ। ਫਿਰ ਪਾਵਰ ਆਊਟ ਆਫ ਦਾ ਸਫਰਿੰਗ ਆਫ ਕ੍ਰਿਸਚਨਸ ਯੋਰ ਬੋਡੀ, ਤੁਹਾਡੇ ਜੀਵਨ ਦੇ ਵਿੱਚ ਦੁੱਖ ਨੂੰ ਝੱਲਣਾ ਸਰੀਰ ਦੇ ਵਿੱਚ। ਟੂ ਬੀ ਵਿਟਨੈਸ ਆਫ ਦਾ ਕ੍ਰੋਸ ਕ੍ਰਾਈਸਟ, ਤੁਹਾਡਾ ਜਿਹੜਾ ਗਵਾਹੀ ਹੈ ਉਹ ਕਰੂਸ ਦੇ ਪ੍ਰਤੀ ਹੋਣੀ ਜ਼ਰੂਰੀ ਹੈ ਜੇ ਤੁਹਾਨੂੰ ਬੁਲਾਇਆ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਿਆ ਸੀ ਟੇਕਿੰਗ ਔਨ ਦਾ ਕਨਫਰਮੇਸ਼ਨ ਆਫ ਦਾ ਕ੍ਰੋਸ, ਤੁਹਾਨੂੰ ਕਰੂਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਗੋਇੰਗ ਟੂ ਦਾ ਵੇਸਟ ਆਵਰ ਲੀਵ ਆਫ ਕ੍ਰਾਈਸਟ, ਤੁਹਾਨੂੰ ਮਸੀਹ ਦੇ ਪਿੱਛੇ ਚੱਲਣਾ ਹੈ ਔਰ ਉਸ ਦੇ ਲਈ ਸਰੀਰ ਨੂੰ ਤਿਆਗਣਾ ਹੈ। ਸੈਲਫ ਯੋਰ ਡਿਨਾਈ, ਤੁਸੀਂ ਆਪਣੇ ਆਪ ਦੇ ਵਿੱਚ ਆਤਮ ਇਨਕਾਰ ਕਰਨਾ ਹੈ। ਅੱਜ ਜੋ ਅਸੀਂ ਸਿੱਖਣ ਜਾ ਰਹੇ ਹਾਂ, ਜਿਹਦੇ ਬਾਰੇ ਮੈਂ ਪਿਛਲੇ ਕੱਲ ਦੱਸਿਆ ਸੀ, ਮਸੀਹ ਦੇ ਪਿੱਛੇ ਚੱਲਦਿਆਂ ਬਿਤਾਇਆ ਜਾਣ ਵਾਲਾ ਜੀਵਨ। ਇੱਕ ਵਿਸ਼ਵਾਸੀ ਨੂੰ ਜਦੋਂ ਪ੍ਰਭੂ ਬੁਲਾਉਂਦਾ ਹੈ ਤਾਂ ਚਾਹੁੰਦਾ ਹੈ ਕਿ ਉਹ ਮੇਰੇ ਪਿੱਛੇ ਚੱਲੇ, ਉਹ ਮੇਰਾ ਅਨੁਸਰਣ ਕਰੇ, ਮੇਰੇ ਹਰ ਇੱਕ ਪਲ ਦੇ ਵਿੱਚ ਜੋ ਮੈਂ ਕੀਤਾ ਹੈ ਉਸ ਦੇ ਅਨੁਸਾਰ ਕਰੇ। ਹਰ ਕੋਈ ਇਹੋ ਚਾਹੁੰਦਾ ਹੈ। ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਬੱਚਾ ਜੋ ਸਾਡੀ ਜੀਵਨ ਨੂੰ ਦੇਖ ਕੇ ਉਹ ਸੱਚਾਈ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲੇ, ਤਾਂ ਕਿ ਉਹਦੇ ਰਾਹੀਂ ਸਾਡਾ ਨਾਮ ਉੱਚਾ ਹੋ ਸਕੇ। ਕਿਉਂ ਉੱਚਾ ਹੋ ਸਕੇ? ਕਿਉਂਕਿ ਉਹ ਸਾਡੇ ਪਦ ਚਿੰਨ੍ਹਾਂ ਦੇ ਉੱਤੇ ਚੱਲ ਰਿਹਾ ਹੈ। ਪਰਮੇਸ਼ਵਰ ਨੂੰ ਪ੍ਰਭੂ ਯਿਸੂ ਮਸੀਹ ਨੇ ਇਸ ਧਰਤੀ ਦੇ ਉੱਤੇ ਆ ਕੇ ਉਸ ਦੀ ਸਵੈ ਇੱਛਾ ਦੇ ਅਨੁਸਾਰ ਕਾਰਜ ਕਰਕੇ ਉਸ ਨੂੰ ਅੱਤ ਉੱਚਿਆ ਕੀਤਾ, ਔਰ ਪਰਮੇਸ਼ਵਰ ਨੇ ਵੀ ਉਸ ਨੂੰ ਅੱਤ ਉੱਚਿਆ ਕਰਕੇ ਉਹ ਨਾਮ ਦਿੱਤਾ ਹੈ, ਜਿਹੜਾ ਨਾਮ ਆਦਰ ਅਤੇ ਮਹਿਮਾ ਅਤੇ ਵਡਿਆਈ ਅਤੇ ਪਰਾਕਰਮ ਦੇ ਯੋਗ ਹੈ। ਇਸ ਲਈ ਬਾਈਬਲ ਇਹ ਸਾਫ਼ ਰੀਤੀ ਨਾਲ ਦੱਸਦੀ ਹੈ ਕਿ ਜੋ ਮਸੀਹ ਦੇ ਪਿੱਛੇ ਚੱਲਣਾ ਚਾਹੁੰਦੇ ਹਨ ਜਾਂ ਜੀਵਨ ਬਿਤਾਉਣਾ ਚਾਹੁੰਦੇ ਹਨ, ਉਹ ਉਸ ਦੇ ਅਨੁਸਾਰ ਹੋਵੇ। ਕਿਉਂਕਿ ਅਸੀਂ ਦੇਖ ਚੁੱਕੇ ਹਾਂ
ਮਰਕੁਸ ਦੀ ਅੰਜੀਲ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਇਹਦਾ ਮਤਲਬ ਪ੍ਰਭੂ ਦੇ ਪਿੱਛੇ ਆਉਣਾ, ਪ੍ਰਭੂ ਨੂੰ ਅਨੁਸਰਣ ਕਰਨਾ ਹੈ, ਪ੍ਰਭੂ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਣਾ ਹੈ। ਇਹ ਪਰਮੇਸ਼ਰ ਜਦੋਂ ਬੁਲਾਉਂਦਾ ਹੈ ਤਾਂ ਸਾਰੀਆਂ ਚੀਜ਼ਾਂ ਉਸ ਵਿੱਚ ਹੈ। ਔਰ ਇਸ ਲਈ ਪ੍ਰਭੂ ਦਾ ਵਚਨ ਕਹਿੰਦਾ ਹੈ, ਇਸ ਦਾ ਅਰਥ ਸਮਝਣਾ ਸਾਨੂੰ ਸਿਰਫ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਲੋੜ ਹੈ। ਜਦੋਂ ਮੈਂ ਪਿੱਛੇ ਚੱਲ ਰਿਹਾ ਹਾਂ ਜਾਂ ਮੈਂ ਕਿਸੇ ਚੀਜ਼ ਦਾ ਅਨੁਸਰਣ ਕਰ ਰਿਹਾ ਹਾਂ ਤਾਂ ਉਹਦੇ ਵਿੱਚ ਸਵਾਲ, ਮੇਰੇ ਜੀਵਨ ਦੇ ਵਿੱਚ ਮੈਨੂੰ ਖੁਦ ਨੂੰ ਸਵਾਲ ਪੁੱਛਣਾ ਜ਼ਰੂਰੀ ਹੈ। ਸਵਾਲ ਦੇ ਵਿੱਚ ਅਸੀਂ ਪੁੱਛਣਾ ਕੀ ਹੈ ਕਿ ਪ੍ਰਭੂ ਦਾ ਜੀਵਨ ਕਿਹੋ ਜਿਹਾ ਸੀ। ਜਦੋਂ ਅਸੀਂ ਚੱਲ ਰਹੇ ਹਾਂ ਤਾਂ ਪ੍ਰਭੂ ਦਾ ਜੀਵਨ ਕਿਹੋ ਜਿਹਾ ਸੀ। ਇਹਦਾ ਮਤਲਬ ਮੈਨੂੰ ਇਹ ਕਿਵੇਂ ਪਤਾ ਚੱਲੇਗਾ? ਜਦੋਂ ਮੈਂ ਪਰਮੇਸ਼ਵਰ ਦੀ ਬਾਣੀ ਪੜ੍ਹਦਾ ਹਾਂ, ਜਦੋਂ ਮੈਂ ਪਰਮੇਸ਼ਵਰ ਦੀ ਬਾਣੀ ਦੇ ਉੱਤੇ ਧਿਆਨ ਕਰਦਾ ਹਾਂ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਇਸ ਕਿਤਾਬ ਦੇ ਵਿੱਚ ਕਿਹੜਾ ਕਰੈਕਟਰ ਹੈ ਜਿਹੜਾ ਮਨੁੱਖੀ ਜੀਵਨ ਦੇ ਉੱਤੇ ਪੂਰੀ ਲਗਨਤਾ ਦੇ ਨਾਲ ਔਰ ਪੂਰੇ ਮਨ ਦੇ ਨਾਲ, ਪੂਰੇ ਜੋਸ਼ ਦੇ ਨਾਲ, ਪੂਰੇ ਤਨ ਦੇ ਨਾਲ, ਪੂਰੀ ਸ਼ਕਤੀ ਦੇ ਨਾਲ, ਪੂਰੀ ਬੁੱਧ ਦੇ ਨਾਲ ਕੰਮ ਕਰ ਰਿਹਾ ਹੈ, ਸਾਨੂੰ ਨਜ਼ਰ ਆਏਗਾ। ਨਹੀਂ ਤਾਂ ਸਾਨੂੰ ਜੋ ਸਾਡਾ ਜੀਵਨ ਦਾ ਕਰੈਕਟਰਸ ਹੈ ਉਹ ਨਜ਼ਰ ਨਹੀਂ ਆਏਗਾ। ਅਸੀਂ ਉਸ ਚੀਜ਼ ਤੋਂ ਔਰ ਆਪਣੀ ਬੁਲਾਹਟ ਤੋਂ ਫਿਰ ਦੂਰ ਹਾਂ। ਉਸ ਬੁਲਾਹਟ ਤੋਂ ਜਿਸ ਨੂੰ ਪਰਮੇਸ਼ਵਰ ਬੁਲਾ ਰਿਹਾ ਹੈ, ਕਿਸ ਕਾਰਜ ਦੇ ਲਈ ਬੁਲਾ ਰਿਹਾ ਹੈ, ਕਿਵੇਂ ਬੁਲਾ ਰਿਹਾ, ਉਹ ਇਹਨਾਂ ਗੱਲਾਂ ਤੋਂ ਬਾਅਦ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਹੈ। ਮੈਂ ਸਮਝਦਾ ਹਾਂ ਪਹਿਲਾਂ ਅਸੀਂ ਇਹ ਚੀਜ਼ ਦੇਖਦੇ ਹਾਂ, ਜਦੋਂ ਅਸੀਂ ਇਹ ਪੁੱਛਦੇ ਹਾਂ ਤਾਂ ਉਸ ਪਹਿਲੀ ਗੱਲ ਆਉਂਦੀ ਹੈ ਕਿ ਉਸ ਦਾ ਜੀਵਨ ਪਰਮੇਸ਼ਵਰ ਦੀ ਇੱਛਾ ਦਾ ਪਾਲਣ ਕਰਨ ਵਾਲਾ ਜੀਵਨ ਸੀ। ਮਤਲਬ ਕਿ ਪਰਮੇਸ਼ਵਰ ਦੀ ਮਰਜ਼ੀ ਦਾ ਪਾਲਣ ਕਰਨ ਵਾਲਾ ਜੀਵਨ ਸੀ। ਉਸ ਦਾ ਜੀਵਨ, ਕਿਸ ਦਾ ਜੀਵਨ? ਮਸੀਹ ਯਿਸੂ ਦਾ ਜੀਵਨ। ਇਹਦੇ ਵਿੱਚ ਮੇਰੀ ਇੱਛਾ ਨਹੀਂ ਹੋਣੀ ਚਾਹੀਦੀ ਹੈ। ਮੈਂ ਆਪ ਨੂੰ ਯਹੋਨਾ ਦੀ ਅੰਜੀਲ 5 ਅਧਿਆਏ ਦੇ ਵਿੱਚ ਦੱਸਣਾ ਚਾਹਾਂਗਾ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ ਆਪਣੇ ਲੋਕਾਂ ਦੇ ਵਿੱਚ ਪਰਮੇਸ਼ਵਰ ਦੀ ਇੱਛਾ ਨੂੰ ਪ੍ਰਗਟ ਕਰ ਰਿਹਾ ਹੈ। ਔਰ ਉਹ ਕੀ ਕਹਿ ਰਿਹਾ ਹੈ ਕਿ ਮੈਂ ਕਿਹਦੀ ਇੱਛਾ ਨੂੰ ਪੂਰਾ ਕਰ ਰਿਹਾ ਹਾਂ? ਪਰਮੇਸ਼ਵਰ ਦੀ। ਮੈਂ ਆਪ ਦੇ ਲਈ 24 ਵਚਨ ਪੜ੍ਹ ਰਿਹਾ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰਾ ਵਚਨ ਸੁਣਦਾ ਹੈ ਅਤੇ ਉਸ ਦੀ ਪ੍ਰਤੀਤ ਕਰਦਾ ਹੈ, ਜਿਨ ਮੈਨੂੰ ਕੱਲਿਆ ਸਦੀਪਕ ਜੀਵਨ ਉਹਦਾ ਹੈ ਅਤੇ ਉਹਦੇ ਉੱਤੇ ਸਜ਼ਾ ਦਾ ਹੁਕਮ ਨਹੀਂ, ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜੀਵਨ ਵਿੱਚ ਪਹੁੰਚਿਆ ਹੈ। ਇਸ ਜਗ੍ਹਾ ਦੇ ਉੱਤੇ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਗੱਲ ਕਰ ਰਹੇ ਆ ਤਾਂ ਉਸ ਗੱਲ ਦੇ ਵਿੱਚ ਇਹ ਵੀ ਦੱਸ ਰਹੇ ਆ ਕਿ ਮੈਂ ਸਿਰਫ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਦਾ ਹਾਂ। ਇੱਥੇ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਉਹਦੇ ਪਿੱਛੇ ਚੱਲਦਾ ਹੈ ਉਹਦੇ ਨਿਮਿਤ ਇਹ ਗੱਲ ਪ੍ਰਗਟ ਕੀਤੀ ਹੈ, ਜਿਹੜਾ ਮੇਰਾ ਅਨੁਸਰਣ ਕਰਦਾ ਹੈ ਉਹ ਕਦੇ ਵੀ ਸਦੀਪਕ ਜਿਉਣ ਤੋਂ ਅਲੱਗ ਨਹੀਂ। ਸਦੀਪਕ ਜਿਉਣ ਉਹਦਾ ਹੈ। ਮੈਂ ਇਸ ਦੇ ਨਾਲ ਦੂਸਰੀ ਗੱਲ ਵੀ ਆਪ ਨੂੰ ਪੜ੍ਹ ਰਿਹਾ ਹਾਂ। ਇਸ ਦੀ 30 ਆਇਤ ਦੇ ਵਿੱਚ ਲਿਖਿਆ ਹੈ, ਕਹਿੰਦਾ ਹੈ ਮੈਂ ਆਪ ਕੁਝ ਨਹੀਂ ਕਰਦਾ, ਜਿਹਾ ਮੈਂ ਸੁਣਦਾ ਹਾਂ ਤਿਹਾ ਨਿਆਂ ਕਰਦਾ ਹਾਂ, ਔਰ ਮੇਰਾ ਨਿਆਂ ਸੱਚਾ ਹੈ, ਕਿਉਂਕਿ ਮੈਂ ਆਪਣੀ ਮਰਜ਼ੀ ਨਹੀਂ ਕਰਦਾ ਪਰ ਉਹਦੀ ਮਰਜ਼ੀ ਜਿਨ ਮੈਨੂੰ ਘੱਲਿਆ ਹੈ। ਇਹਦਾ ਮਤਲਬ ਸਾਡੇ ਜੀਵਨ ਦੇ ਵਿੱਚ ਆਪਣੀ ਸਵੈ ਇੱਛਾ ਨਹੀਂ ਹੋਣੀ ਚਾਹੀਦੀ ਹੈ। ਪਰਮੇਸ਼ਵਰ ਦਾ ਸਾਡੇ ਉੱਤੇ ਸਦੀਪਕ ਜਿਉਣ ਦੇਣ ਦਾ ਅਧਿਕਾਰ ਹੈ, ਪਰ ਜੇ ਅਸੀਂ ਉਹਦੀ ਮਰਜ਼ੀ ਦੇ ਨਾਲ ਚੱਲ ਰਹੇ ਹਾਂ, ਮਰਜ਼ੀ ਦੇ ਨਾਲ ਕੰਮ ਕਰ ਰਹੇ ਹਾਂ, ਔਰ ਜੇ ਅਸੀਂ ਉਹਦੀ ਮਰਜ਼ੀ ਦੇ ਨਾਲ ਉਹਦੇ ਪਿੱਛੇ ਚੱਲ ਰਹੇ ਹਾਂ, ਉਹਦਾ ਅਨੁਸਰਣ ਕਰ ਰਹੇ ਹਾਂ, ਤਾਂ ਪਿਆਰੋ ਮੇਰੇ ਵਿੱਚ ਇੱਕ ਵਿਸ਼ਵਾਸੀ ਹੋਣ ਦਾ ਗੁਣ ਪ੍ਰਗਟ ਹੋ ਰਿਹਾ ਹੈ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣ ਦੇ ਨਾਲ। ਇਹਦਾ ਮਤਲਬ ਜਿਹਨੇ ਮੈਨੂੰ ਸੱਦਿਆ ਹੈ, ਜਿਹਨੇ ਮੈਨੂੰ ਬੁਲਾਇਆ ਹੈ, ਉਹਨੇ ਆਪਣੇ ਰਾਜ ਦੇ ਲਈ ਇਸ ਲਈ ਬੁਲਾਇਆ ਕਿ ਮੈਂ ਸਵਰਗ ਰਾਜ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਾਂ। ਔਰ ਦੂਸਰੀ ਗੱਲ ਉਸ ਦੇ ਵਿੱਚ ਕੀ ਨਜ਼ਰ ਆ ਰਹੀ ਹੈ? ਦੂਸਰੀ ਗੱਲ ਨਜ਼ਰ ਆ ਰਹੀ ਹੈ ਕਿ ਉਸ ਦਾ ਜੀਵਨ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰਿਆ ਹੋਇਆ ਜੀਵਨ ਹੈ। ਉਸ ਦਾ ਜੀਵਨ
ਪਵਿੱਤਰ ਆਤਮਾ ਦੀ ਸ਼ਕਤੀ ਨਾਲ ਭਰਿਆ ਹੋਇਆ ਜੀਵਨ ਹੈ। ਇਹਦਾ ਮਤਲਬ ਜਦੋਂ ਅਸੀਂ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਪੁੱਤਰ ਨੂੰ ਸਵੀਕਾਰ ਕਰ ਲੈਂਦੇ ਹਾਂ ਤਾਂ ਪਰਮੇਸ਼ਰ ਦੇ ਆਤਮਾ ਦਾ ਸਾਡੇ ਵਿੱਚ ਆਉਣਾ ਹੁੰਦਾ ਹੈ। ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਫ਼ ਰੀਤੀ ਨਾਲ ਕਿਹਾ ਆਪਣੇ ਚੇਲਿਆਂ ਨੂੰ ਕਿ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸਾਮਰਥ ਪਾਓਗੇ। ਇਹਦਾ ਮਤਲਬ ਹੈ ਪਰਮੇਸ਼ਵਰ ਦਾ ਆਤਮਾ ਵਿਸ਼ਵਾਸੀ ਦੇ ਵਿੱਚ ਕਦੋਂ ਆਉਂਦਾ ਹੈ, ਕਦੋਂ ਉਹਦੇ ਅੰਦਰ ਆਉਂਦਾ ਹੈ, ਕਦੋਂ ਪਵਿੱਤਰ ਆਤਮਾ ਦੇ ਵਿੱਚ ਕੰਮ ਕਰਦਾ ਹੈ, ਜਦੋਂ ਉਹ ਪਰਮੇਸ਼ਵਰ ਦੀ ਖੁਸ਼ਖਬਰੀ ਨੂੰ ਸਵੀਕਾਰ ਕਰ ਲੈਂਦਾ ਹੈ, ਉਸ ਦੇ ਉੱਤੇ ਵਿਸ਼ਵਾਸ ਕਰ ਲੈਂਦਾ ਹੈ। ਬਾਣੀ 'ਚ ਸਾਫ਼ ਲਿਖਿਆ, ਜਦੋਂ ਅਫੀਸੀਆਂ 1:13 ਵਿੱਚ ਪੜ੍ਹਦੇ ਹਾਂ ਕਿ ਜਦੋਂ ਅਸੀਂ ਆਪਣੀ ਖੁਸ਼ਖਬਰੀ ਦੇ ਉੱਤੇ ਜੋ ਪਰਮੇਸ਼ਰ ਨੇ ਦਿੱਤੀ ਉਸ ਉੱਤੇ ਵਿਸ਼ਵਾਸ ਕਰਦੇ ਹਾਂ ਅਤੇ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਰੱਖਦੇ ਹਾਂ ਤਾਂ ਪਵਿੱਤਰ ਆਤਮਾ ਦੀ ਮੋਹਰ ਸਾਡੇ ਉੱਤੇ ਲੱਗਦੀ ਹੈ। ਮੋਹਰ ਨਹੀਂ ਲੱਗਦੀ, ਮਤਲਬ ਕਿ ਇਹਦੀ ਸਮਰੱਥ ਵੀ ਸਾਡੇ ਵਿੱਚ ਕਾਰਜ ਕਰਦੀ ਹੈ। ਔਰ ਜਦੋਂ ਰਸੂਲਾਂ ਦੇ ਕਰਤਾ ਪੜ੍ਹਦੇ ਹਾਂ ਤਾਂ ਸਾਨੂੰ ਸਾਫ਼ ਰੀਤੀ ਨਾਲ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ ਦੀ ਸਮਰੱਥ ਚੇਲਿਆਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਵਿੱਚ ਵੱਖ-ਵੱਖ ਕੰਮਾਂ ਦੇ ਵਿੱਚ ਕਾਰਜ ਕਰ ਰਹੀ ਸੀ। ਚਾਹੇ ਉਹ ਸਤਿਫਨਸ ਵਿਸ਼ਵਾਸੀ ਹੋਇਆ, ਚਾਹੇ ਉਹ ਪਤਰਸ ਹੋਇਆ, ਚਾਹੇ ਲੁਦੀਆ ਹੋਈ ਭੈਣ, ਉਹ ਹਰ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਪਵਿੱਤਰ ਆਤਮਾ ਦਾ ਕਾਰਜ ਸਮਰੱਥ ਦੇ ਨਾਲ ਪ੍ਰਗਟ ਹੁੰਦਾ ਹੈ। ਸਵਾਲ ਇਹ ਹੈ ਕਿ ਮੈਂ ਜੋ ਪ੍ਰਭੂ ਯਿਸੂ ਮਸੀਹ ਦੇ ਵਿੱਚ ਚੱਲਦਾ ਹਾਂ ਤਾਂ ਮੈਂ ਦੇਖਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਸੀ ਔਰ ਜਿਹੜਾ ਭਰਪੂਰ ਸੀ ਉਹ ਮੈਨੂੰ ਵੀ ਸਵਰਗ ਰਾਜ ਦੇ ਵਿੱਚ ਚੱਲਣ ਦੇ ਲਈ ਉਸ ਦੀ ਸਪਿਰਿਟ ਮੇਰੇ ਵਿੱਚ ਦੇ ਰਿਹਾ। ਕਿੰਨੀ ਅਦਭੁਤ ਗੱਲ ਹੈ। ਇਹਦਾ ਮਤਲਬ ਬੁਲਾਹਟ ਦੇ ਵਿੱਚ ਪਰਮੇਸ਼ਰ ਦੀ ਸਮਰੱਥ ਮੇਰੇ ਵਿੱਚ ਪ੍ਰਗਟ ਹੁੰਦੀ ਹੈ। ਪੌਲਸ ਤਦੇ ਤਾਂ ਕਹਿ ਸਕਿਆ ਜਿਹੜਾ ਮੈਨੂੰ ਬਲ ਦਿੰਦਾ ਉਹਦੇ ਵਿੱਚ ਮੈਂ ਸਭੋ ਕੁਝ ਕਰ ਸਕਦਾ। ਉਹ ਆਪਣੇ ਆਪ ਦੇ ਵਿੱਚ ਕੁਝ ਨਹੀਂ ਕਰ ਸਕਦਾ ਸੀ, ਲੇਕਿਨ ਪ੍ਰਭੂ ਯਿਸੂ ਮਸੀਹ ਵਿੱਚ ਕਰ ਸਕਦਾ ਸੀ। ਉਸ ਤੋਂ ਅੱਗੇ ਮੈਂ ਪੜ੍ਹ ਰਿਹਾ ਹਾਂ ਕਿ ਜੋ ਆਪਣੀ ਅਗਲੀ ਗੱਲ ਯਿਸੂ ਮਸੀਹ ਦੇ ਵਿੱਚ ਨਜ਼ਰ ਆਉਂਦੀ ਹੈ ਉਹ ਹੈ ਉਸ ਦਾ ਜੀਵਨ ਦੂਜਿਆਂ ਦੀ ਨਿਸਵਾਰਥ ਸੇਵਾ ਕਰਨ ਵਾਲਾ ਸੀ। ਕਦੇ ਵੀ ਪ੍ਰਭੂ ਯਿਸੂ ਮਸੀਹ ਨੇ ਕਿਸੇ ਨੇ ਵੀ ਉਹਨੂੰ ਬੁਲਾਇਆ, ਕਿਸੇ ਨੇ ਵੀ ਉਹਨੂੰ ਆਪਣਾ ਕੋਈ ਕਾਰਜ ਕਿਹਾ, ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਵਾਰਥ ਨਹੀਂ ਰੱਖਿਆ। ਮੈਂ ਕਈ ਇਹੋ ਜਿਹੇ ਆਪਣਾ ਲੋਕਾਂ ਨੂੰ, ਵਿਸ਼ਵਾਸੀਆਂ ਨੂੰ ਵੇਖਿਆ ਹੈ, ਜਦੋਂ ਕੋਈ ਆਪਣਾ ਸੰਗਤ ਦੀ ਗੱਲ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਉਹ ਇੰਨੀ ਗੱਲ ਜ਼ਰੂਰ ਕਹਿ ਦਿੰਦੇ ਆ, ਭਾਜੀ ਮਿਲੂਗਾ ਕੀ, ਸੇਵਾ ਕੀ ਹੋਊਗੀ। ਪ੍ਰਭੂ ਯਿਸੂ ਮਸੀਹ ਨੇ ਤਾਂ ਸਭ ਕੁਝ ਤਿਆਗ ਕੇ ਸੇਵਾ ਕੀਤੀ ਹੈ, ਸਵਰਗ ਦਾ ਸਭ ਕੁਝ ਤਿਆਗ ਕੇ ਸੇਵਾ ਕੀਤੀ ਹੈ। ਤੇ ਅਸੀਂ ਸੇਵਾ ਕਿਸ ਤਰ੍ਹਾਂ ਕਰ ਰਹੇ ਹਾਂ? ਅਸੀਂ ਸੇਵਾ ਇਸ ਲਈ ਕਰ ਰਹੇ ਹਾਂ ਕਿ ਸਾਡਾ ਕੁਝ ਬਣ ਜਾਏ। ਇੱਕ ਵਿਅਕਤੀ ਤੋਂ ਮੈਂ ਜਦੋਂ ਅਸੀਂ ਗੱਲ ਕਰ ਰਹੇ ਸੀ ਪਰਮੇਸ਼ਵਰ ਦੇ ਨਿਯਮ ਦੀ, ਪਰਮੇਸ਼ਵਰ ਦੇ ਵਚਨ ਦੀ, ਕਿ ਸਾਨੂੰ ਵਚਨ ਦੇ ਅਨੁਸਾਰ ਇਸ ਤਰ੍ਹਾਂ ਕਰਨਾ ਚਾਹੀਦਾ, ਉਸ ਵਿਅਕਤੀ ਦੇ ਜਵਾਬ ਦੇ ਵਿੱਚ ਮੈਂ ਬੜਾ ਹੈਰਾਨ ਹੋਇਆ। ਔਰ ਉਹਦਾ ਜਵਾਬ ਇਹ ਸੀਗਾ, ਯਾਰ ਬਾਕੀ ਸਾਰੇ ਤਾਂ ਆਪਣਾ ਸੈੱਟ ਹੋ ਗਏ, ਤੁਸੀਂ ਉਹਨੂੰ ਵੀ ਸੈੱਟ ਹੋਣ ਦਿਓ। ਮਤਲਬ ਕੀ ਹੈ? ਸੈੱਟ ਹੋਣ ਦਾ ਮਤਲਬ ਕੀ ਹੈ? ਇਹਦਾ ਮਤਲਬ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਜੀਵਨ ਚਰਿੱਤਰ ਨੂੰ ਉਹਨਾਂ ਨੇ ਜਾਣਿਆ ਨਹੀਂ, ਉਹਨਾਂ ਨੇ ਪੜ੍ਹਿਆ ਨਹੀਂ, ਉਹਨਾਂ ਨੇ ਸਮਝਿਆ ਨਹੀਂ। ਪ੍ਰਭੂ ਯਿਸੂ ਮਸੀਹ ਨੇ ਨਿਸਵਾਰਥ ਸੇਵਾ ਕੀਤੀ ਹੈ ਔਰ ਪ੍ਰਭੂ ਯਿਸੂ ਮਸੀਹ ਨੇ ਜਿਹਨੇ ਬੁਲਾਇਆ ਹੈ ਉਹੀ ਉਹਨੂੰ ਸਥਿਰ ਕਰਦਾ ਹੈ। ਅਸੀਂ ਮਨੁੱਖਾਂ ਦੇ ਉੱਤੇ, ਮਨੁੱਖਾਂ ਦੀਆਂ ਗੱਲਾਂ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਸਮਝਦਾ ਹਾਂ ਜਦੋਂ ਪਰਮੇਸ਼ਰ ਬੁਲਾਉਂਦਾ ਹੈ ਤਾਂ ਉਹ ਸਾਨੂੰ ਸਹੀ ਤਰੀਕੇ ਦੇ ਨਾਲ ਕਾਲ ਕਰਦਾ। ਜਿਹੜਾ ਸਹੀ ਤਰੀਕੇ ਦੇ ਨਾਲ ਨਹੀਂ ਸੱਦਿਆ ਗਿਆ ਉਸ ਦੇ ਜੀਵਨ ਦੇ ਵਿੱਚ ਸਵਾਲੀਏ ਨਿਸ਼ਾਨ ਖੜੇ ਹੋ ਜਾਂਦੇ ਆ। ਸਵਾਲੀਏ ਨਿਸ਼ਾਨ ਉਸ ਦੇ ਜੀਵਨ ਦੇ ਵਿੱਚ ਖੜੇ ਹੋ ਜਾਂਦੇ ਆ। ਅਸੀਂ ਸਮਝਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਸੱਦਿਆ ਸੀ, ਬਹੁਤ ਸਾਰੇ ਲੋਕਾਂ ਨੂੰ ਸੱਦਿਆ ਸੀ। ਜਦੋਂ ਅਸੀਂ ਯਹੋਨਾ ਦੇ 6 ਅਧਿਆਇ 'ਚ ਪੜ੍ਹਦੇ ਹਾਂ, ਜਦੋਂ ਪ੍ਰਭੂ ਯਿਸੂ ਮਸੀਹ ਦੀ ਖਰੀ ਸਿੱਖਿਆ ਉਤਰਦੀ ਹੈ ਤਦ ਬਹੁਤ ਸਾਰੇ ਚੇਲੇ ਉੱਥੋਂ ਉਸ ਦੀ ਇਸ ਸਿੱਖਿਆ ਤੋਂ ਪਿੱਛੇ ਮੁੜ ਗਏ। ਇਹ ਤਾਂ ਬੜੀ ਸਖਤ ਸਿੱਖਿਆ ਹੈ,
ਇਹ ਤਾਂ ਨਹੀਂ ਹੋ ਸਕਦਾ, ਕਿਉਂਕਿ ਪ੍ਰਭੂ ਨੇ ਕਿਹਾ ਸੀ ਜਿਹੜਾ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਪ੍ਰਭੂ ਯਿਸੂ ਮਸੀਹ ਨੇ ਇਹ ਵੀ ਕਿਹਾ ਸੀ ਜਿਹੜਾ ਕੋਈ ਮੇਰੇ ਵਿੱਚ ਹੈ ਉਹ ਮੇਰਾ ਮਾਸ ਅਤੇ ਮੇਰੇ ਲਹੂ ਦਾ ਸਾਂਝੀ ਹੋਵੇਗਾ। ਉਹਨਾਂ ਨੇ ਕਿਹਾ ਬੜੀ ਸਖਤ ਸਿੱਖਿਆ, ਇਹ ਨਹੀਂ ਹੋ ਸਕਦਾ, ਅਸੀਂ ਕਿੱਦਾਂ ਕਰਾਂਗੇ, ਆਹ ਕਿੱਦਾਂ ਕਰਾਂਗੇ। ਤਦ ਪ੍ਰਭੂ ਨੇ 12 ਚੇਲਿਆਂ ਵੱਲ ਵੀ ਦੇਖ ਕੇ ਕਿਹਾ, ਉਹਨਾਂ ਨੂੰ ਜਾਂਦਿਆਂ ਦੇਖ ਕੇ 12 ਚੇਲਿਆਂ ਨੂੰ ਵੀ ਕਿਹਾ ਤੁਸੀਂ ਵੀ ਜੇ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ। ਤਦ ਪਤਰਸ ਨੇ ਕਿਹਾ ਪ੍ਰਭੂ ਅਨੰਤ ਜੀਵਨ ਦੀਆਂ ਗੱਲਾਂ ਤੇਰੇ ਕੋਲ। ਇਹਦਾ ਮਤਲਬ ਉਹਨਾਂ ਨੇ ਯਿਸੂ ਮਸੀਹ ਨੂੰ ਵੇਖਿਆ, ਉਹਦਾ ਅਨੁਸਰਨ ਕੀਤਾ। ਅੱਜ ਲੋਕ ਸੇਵਾ ਦੇ ਵਿੱਚ ਫਾਇਦੇ ਦੇ ਲਈ ਆਉਣਾ ਚਾਹੁੰਦੇ ਆ। ਅੱਜ ਕਈ ਲੋਕ ਪਰਮੇਸ਼ਵਰ ਦੇ ਵਿੱਚ ਸਾਨੂੰ ਕੀ ਮਿਲੂਗਾ, ਕਿੰਨੇ ਆਪਣਾ ਮਿਲੂਗਾ, ਕਿਸ ਤਰ੍ਹਾਂ ਦੀ ਸਾਡੀ ਸਪੋਰਟ ਹੋਊਗੀ। ਮੇਰੇ ਪਿਆਰੇ ਅਜ਼ੀਜ਼, ਬੁਲਾਹਟ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਮੇਰੇ ਪ੍ਰਭੂ ਨੇ ਨਿਸਵਾਰਥ ਸੇਵਾ ਕੀਤੀ ਹੈ। ਉਸਨੇ ਇਹ ਨਹੀਂ ਸੋਚਿਆ ਕਿ ਮੈਨੂੰ ਪਰਮੇਸ਼ਵਰ ਕੋਲੋਂ ਕੁਝ ਮਿਲੇਗਾ। ਬਾਣੀ ਦੇ ਵਿੱਚ ਅੰਤਿਮ ਪੜਾਵ ਨੂੰ ਮੈਂ ਜਦੋਂ ਕਾਲਵਰੀ ਕਰੂਸ ਦੇ ਵੱਲ ਧਿਆਨ ਕਰਦਾ ਹਾਂ ਤਾਂ ਜਦੋਂ ਅੰਤਿਮ ਘੜੀਆਂ ਹੁੰਦੀਆਂ ਤਾਂ ਪ੍ਰਭੂ ਕਹਿੰਦਾ ਹੈ ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੈਂ ਮੈਨੂੰ ਕਿਉਂ ਛੱਡ ਦਿੱਤਾ। ਨਿਸਵਾਰਥ ਸੇਵਾ ਸੀ, ਮਨੁੱਖੀ ਜੀਵਨ ਨੂੰ ਬਚਾਉਣ ਦੀ ਸੀ। ਕਿ ਇਹ ਸਾਡੇ ਵਿੱਚ ਗੱਲ ਹੈ? ਇਹ ਸਵਾਲ ਆਪਣੇ ਆਪ ਦੇ ਵਿੱਚ ਪੁੱਛਣਾ ਹੈ ਔਰ ਪ੍ਰਭੂ ਯਿਸੂ ਮਸੀਹ ਦੇ ਜੀਵਨ ਨੂੰ ਦੇਖਦੇ ਹੋਏ ਪੁੱਛਣਾ ਹੈ। ਪ੍ਰਭੂ ਨੇ ਨਿਸਵਾਰਥ ਕੰਮ ਕੀਤਾ ਹੈ। ਉਹਨੇ ਕਿਸੇ ਚੀਜ਼ ਦੀ ਉਮੰਗ ਨਹੀਂ ਰੱਖੀ ਕਿ ਮੈਨੂੰ ਇਹ ਮਿਲੇਗਾ। ਮੈਨੂੰ ਇਸ ਤਰ੍ਹਾਂ ਜਦੋਂ ਮੈਂ ਸੇਵਾ ਦੇ ਵਿੱਚ ਆਇਆ ਸੀ ਤਾਂ ਮੈਂ ਇਹ ਹੋਪ ਨਹੀਂ ਸੀ ਕੀਤਾ ਮੈਨੂੰ ਇਸ ਤਰ੍ਹਾਂ ਹੋਵੇਗਾ। ਮੈਂ ਜਦੋਂ ਇਸ ਜਗ੍ਹਾ ਦੇ ਉੱਤੇ ਮਾਲਪੁਰ ਖੇਤਰ ਦੇ ਵਿੱਚ ਪਹੁੰਚਿਆ ਸੀਗਾ, ਮੇਰੇ ਕੋਲ ਬਿਸਤਰਾ ਥੱਲੇ ਮੈਂ ਬੋਰੀਆਂ ਵਿਛਾ ਕੇ ਸੌਂਦਾ ਸੀ। ਇੱਕ ਛੋਟੀ ਟਰੰਕ ਸੀ ਜਿਹਦੇ ਵਿੱਚ ਮੇਰੀਆਂ ਕਿਤਾਬਾਂ ਹੀ ਕਿਤਾਬਾਂ ਸੀ। ਔਰ ਸਵੇਰੇ ਪਾਣੀ ਪੀ ਕੇ ਸੇਵਾ ਨੂੰ ਨਿਕਲ ਜਾਂਦਾ ਸੀ। ਕੋਈ ਪਿੱਛੇ ਇਹ ਆਪਣਾ ਖਿਆਲ ਨਹੀਂ ਸੀ ਕਿ ਕੋਈ ਮੈਨੂੰ ਕੁਝ ਦੇਣ ਆਏਗਾ, ਕੁਝ ਲੈਣ ਆਏਗਾ। ਇਸ ਚੀਜ਼ ਦਾ ਬੋਝ ਸੀ ਅਸੀਂ ਪਰਮੇਸ਼ਵਰ ਦੇ ਰਾਜ ਦੀ ਸੇਵਾ ਕਰ ਰਹੇ ਹਾਂ, ਉਹੀ ਸਾਡੇ ਲਈ ਇੰਤਜ਼ਾਮ ਕਰੇਗਾ, ਉਹੀ ਸਾਡੇ ਲਈ ਸਭ ਕੁਝ ਕਰੇਗਾ। ਨਿਸਵਾਰਥ ਸੇਵਾ ਕਿਹਨਾਂ ਨੂੰ? ਮਨੁੱਖਾਂ ਨੂੰ ਬਚਾਉਣ ਦੇ ਲਈ। ਮੇਰਾ ਪ੍ਰਭੂ ਆਇਆ, ਉਹਨੇ ਮੈਨੂੰ ਬਚਾਇਆ ਤੇ ਮੇਰਾ ਵੀ ਆਪਣਾ ਇਹ ਦਾਇਤਵ ਹੈ ਕਿ ਮੈਂ ਉਸ ਦੀ ਖੁਸ਼ਖਬਰੀ ਦੇ ਨਾਲ ਉਹਨਾਂ ਲੋਕਾਂ ਤੱਕ ਪਹੁੰਚਾਂ ਜਿਹੜੇ ਪ੍ਰਭੂ ਦੀ ਖੁਸ਼ਖਬਰੀ ਤੋਂ ਦੂਰ ਹੈ, ਪ੍ਰਭੂ ਦੀ ਸ਼ਾਂਤੀ ਤੋਂ ਦੂਰ ਹੈ, ਪ੍ਰਭੂ ਦੇ ਪਿਆਰ ਤੋਂ ਦੂਰ ਹੈ, ਪ੍ਰਭੂ ਦੇ ਸਦਾ ਦੇ ਜੀਵਨ ਤੋਂ ਦੂਰ ਹੈ। ਇਹਦਾ ਮਤਲਬ ਇਹ ਨਿਸਵਾਰਥ ਸੇਵਾ ਹੈ। ਤਦ ਪ੍ਰਭੂ ਦਾ ਵਚਨ ਮੇਰੇ ਕੋਲ ਆਇਆ ਸੀ ਜਦੋਂ ਮੈਂ ਇਸ ਤਰ੍ਹਾਂ ਨਿਕਲਦਾ ਸੀ। ਉਹਨੇ ਕੀ ਕਿਹਾ? ਪ੍ਰਭੂ ਦੇ ਵਚਨ ਦੇ ਵਿੱਚ ਯਸ਼ਾਇਆ 41:10 ਦੇ ਵਿੱਚ ਕੀ ਲਿਖਿਆ? ਮੈਂ ਜਵਾਨੀ ਯਾਦ ਰੱਖਦਾ। ਉਹਨੇ ਕਿਹਾ ਮੈਂ ਤੈਨੂੰ ਨਾ ਛੱਡਾਂਗਾ, ਮੈਂ ਤੇਰੇ ਅੰਗ ਸੰਗ ਹੋਵਾਂਗਾ। ਇੱਧਰ ਉੱਧਰ ਨਾ ਤੱਕ, ਨਾ ਇੱਧਰ ਤੱਕਣ ਦੀ ਲੋੜ ਹੈ ਨਾ ਉੱਧਰ ਤੱਕਣ ਦੀ ਲੋੜ ਹੈ। ਕਿਹਨੂੰ ਤੱਕਣਾ? ਆਵਰ ਲਾਰਡ। ਪ੍ਰਭੂ ਨੂੰ ਤੱਕਦਿਆਂ ਹੋਇਆ ਉਹਦਾ ਕੰਮ ਕਰਨਾ ਹੈ। ਨਿਸਵਾਰਥਤਾ ਉਹ ਸਭ ਕੁਝ ਕਰੇਗਾ। ਕਿਉਂਕਿ ਮਤੀ ਦੀ ਅੰਜੀਲ 6:33 ਦੇ ਵਿੱਚ ਕੀ ਲਿਖਿਆ? ਕਹਿੰਦਾ ਪਹਿਲਾਂ ਉਹਦੇ ਧਰਮ ਤੇ ਰਾਜ ਦੀ ਖੋਜ ਕਰੋ ਤਾਂ ਇਹ ਬਸ ਤਾਂ ਤੁਹਾਨੂੰ ਖੁਦ ਬ ਖੁਦ ਮਿਲ ਜਾਣਗੇ। ਇਹਦਾ ਮਤਲਬ ਨਿਸਵਾਰਥ ਸੇਵਾ ਕਰਨੀ ਹੈ। ਨਿਸਵਾਰਥ ਪ੍ਰਭੂ ਦੇ ਪਿੱਛੇ ਚੱਲ ਕੇ। ਕਈ ਲੋਕ ਕਹਿੰਦੇ ਆ ਹਾਂਜੀ ਤੁਸੀਂ ਮਸੀਹ ਬਣੇ ਆ ਜੀ, ਕਿੰਨੇ ਪੈਸੇ ਮਿਲੇ ਆ? ਮੈਂ ਕਹਿੰਦਾ ਆ ਜਾਓ ਦੇਖ ਲਓ ਕਿੰਨੇ ਪੈਸੇ ਮਿਲੇ। ਪਿਆਰੇ ਅਜ਼ੀਜ਼, ਜਦੋਂ ਮੇਰੇ ਪ੍ਰਭੂ ਨੇ ਨਿਸਵਾਰਥ ਸੇਵਾ ਕੀਤੀ ਹੈ ਤਾਂ ਮੈਨੂੰ ਵੀ ਨਿਸਵਾਰਥ ਸੇਵਾ ਕਰਨ ਦੀ ਲੋੜ ਹੈ। ਮੈਨੂੰ ਵੀ ਪ੍ਰਭੂ ਦੇ ਪਿੱਛੇ ਨਿਸਵਾਰਥ ਪਿੱਛੇ ਚੱਲਣ ਦੀ ਲੋੜ ਹੈ। ਤੁਸੀਂ ਪ੍ਰਭੂ ਘਰ ਵਿੱਚ ਆਉਂਦੇ ਹੋ ਤਾਂ ਕਿਸ ਤਰ੍ਹਾਂ ਆਪਣਾ ਇੱਕ ਇੱਕ ਸਮਾਂ ਪ੍ਰਭੂ ਦੇ ਲਈ ਕੱਢ ਕੇ ਆਉਂਦੇ ਹੋ ਤਾਂ ਕਿ ਲੋਕ ਜਾਣਨ ਕਿ ਇਹ ਮਸੀਹ ਦੇ ਚੇਲੇ। ਕਿੰਨੀ ਵੱਡੀ ਗੱਲ ਹੈ। ਉਸ ਤੋਂ ਬਾਅਦ ਅੱਗੇ ਮੈਂ ਦੇਖਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਜੀਵਨ ਦਾ ਸਵਾਲ ਹੈ ਉਹ ਕੀ ਹੈ? ਕਹਿੰਦਾ ਉਸ ਦਾ ਜੀਵਨ ਅਤ ਦਰਜੇ ਦਾ ਦੂਸਰਿਆਂ ਦੇ ਸਾਹਮਣੇ ਧੀਰਜ ਅਤੇ ਸਹਿਣਸ਼ੀਲਤਾ ਦਾ ਸੀ। ਪ੍ਰਭੂ ਯਿਸੂ ਮਸੀਹ ਦੀ ਧੀਰਜ, ਪੇਸ਼ੈਂਸ ਔਰ ਸਹਿਣਸ਼ੀਲਤਾ ਜਵਾਬ ਨਹੀਂ ਹੁੰਦਾ। ਏਦਾਂ ਦੀ ਸਹਿਣਸ਼ੀਲਤਾ ਸਾਡੇ ਵਿੱਚ ਵੀ ਅੱਜ ਹੈ ਨਹੀਂ।
मैं इस चीज पर असी कोशिश कर रहे हैं, दिन प्रति दिन कोशिश कर रहे, प्रभु सानू अपने वर्गा बना, सानू अपने वर्गा बन के चलण दे लई मदद कर, ताकि असी तेरे वर्गा बन के इस संसार दे विच तेरे राज दे विच जा पहुंची, जिस दे लई तू सानू चुनिया। ਇਹਦਾ मतलब प्रभु दी धीरज तां चेले किन्ना कुछ करते सी, किन्ना कुछ अपना ਉਹਦੇ ਨਾਲ गल करते सी, पर फिर भी वो धीरज धर के रखता सी मेरे प्रति। मैं बहुत कुछ करता सी, पर फिर भी उन्हें मेरे प्रति धीरज धरिया। नहीं अज नहीं कल, कल नहीं परसों, मुड़ आवेगा। और सहनशीलता मेरे लिए उन्हें कालवरी क्रूस के उत्ते इन्ना दुख थिया, नहीं झल सकते। वो सहनशीलता असी कहते हैं प्रभु तू सानू दे, ताकि असी तेरे गवाह बन के तेरे धम्मा पाते हुए तेरे राज विच जा पहुंचीए। ये गल्लां वेखण वालियां सी। और सब तो वड्डी गल असी देखते हैं, जो गलातियां दी पुस्तक उसदा 5 अध्याय उसकी 22 आयत ते 23 आयत दे विच जो आत्मा दे फल वो पूरे प्रभु यीशु मसीह दे विच नज़र आउंदे। ते मैं कहना प्रभु इन्हां फलां नूं मैनूं भर, ताकि मैं तेरी गवाही दिंदा होया तेरी बुलाहट दे विच तेरे राज विच वधदा जावां। और उस तो असी देखते हैं कि मसीह के पिछे चलदे बिताया जाने वाला जीवन ये है, जिन्हां दे विच परमेश्वर की बुलाहट है। और उस तो अगला जिहड़ी गल है बुलाए जाण दे विच, बुलाहट दे विच, वो दूसरी गल ये है जिहड़ी अज दे वचन दे विच मैं दस रहा हाँ, वो है ਜਿਹੜਾ ਮਸੀਹ ਦੇ ਜਿਹੜੇ ਮਸੀਹ ਦੇ ਹਨ ਉਹਨਾਂ ਸਭਨਾਂ ਦੇ ਪ੍ਰਤੀ ਉਹਨਾਂ ਦੇ ਜੀਵਨ ਦੇ ਵਿੱਚ ਹਾਰਦਿਕ ਪਿਆਰ ਹੋਣਾ ਚਾਹੀਦਾ ਹੈ। ਮਤਲਬ ਭਰਾਪਣ ਦਾ ਪਿਆਰ ਹੋਣਾ ਚਾਹੀਦਾ ਹੈ। ਕਿਵੇਂ? ਉਹ ਪ੍ਰੇਮ ਪ੍ਰਗਟ ਹੋਣਾ ਚਾਹੀਦਾ ਜਿਨ੍ਹਾਂ ਦੇ ਵਿੱਚ ਬੁਲਾਹਟ ਹੈ। ਬੁਲਾਹਟ ਦੇ ਵਿੱਚ ਪ੍ਰੇਮ ਕਿੱਦਾਂ ਪ੍ਰਗਟ ਹੁੰਦਾ ਹੈ? ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਦੋਂ ਅਸੀਂ ਯਹੋਨਾ ਦੀ ਅੰਜੀਲ 15 ਅਧਿਆਇ ਉਸ ਦੀ 33 ਅਤੇ 34 ਅਤੇ 35 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਸਾਫ਼ ਰੀਤੀ ਨਾਲ ਜ਼ਿਕਰ ਆਉਂਦਾ ਹੈ, ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ। ਹੁਕਮ ਕੀ ਹੈ ਨਵਾਂ? ਕਿ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਤਿਵੇਂ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ। ਇਸ ਤੋਂ ਲੋਕ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ। ਸੱਚਮੁੱਚ ਤੁਹਾਨੂੰ ਮੈਂ ਸੱਦਿਆ ਹੈ, ਕਿਉਂਕਿ ਮੇਰਾ ਪ੍ਰੇਮ ਤੁਹਾਡੇ ਵਿੱਚ ਪ੍ਰਗਟ ਹੁੰਦਾ ਹੈ। ਇਹ ਭਰਾਪਣ ਦਾ ਪ੍ਰੇਮ ਹੈ। ਜਦੋਂ ਚੇਲੇ ਮਿਲਦੇ ਸੀ ਤਾਂ ਆਨੰਦ ਦੇ ਨਾਲ ਮਿਲਦੇ ਸੀ, ਉਹਨਾਂ ਵਿੱਚ ਖੁਸ਼ੀ ਹੁੰਦੀ ਸੀ। ਅੱਜ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਹੈ ਤਾਂ ਮਿਲਦਾ ਨਹੀਂ, ਪ੍ਰੇਮ ਨਹੀਂ ਪ੍ਰਗਟ ਹੁੰਦਾ। ਕਿਉਂ ਨਹੀਂ ਪ੍ਰੇਮ ਪ੍ਰਗਟ ਹੁੰਦਾ? ਕਾਹਤੇ ਨਹੀਂ ਪ੍ਰਗਟ ਹੁੰਦਾ? ਕਿਉਂਕਿ ਬੁਲਾਹਟ ਦੇ ਵਿੱਚ ਸਵਾਲੀਏ ਨਿਸ਼ਾਨ ਹੈ। ਪ੍ਰਭੂ ਯਿਸੂ ਮਸੀਹ ਵਚਨ ਦੇ ਪ੍ਰਤੀ ਅਣਖੀ ਸੀ, ਅਸੀਂ ਸਮਝਦੇ ਹਾਂ, ਪਰ ਉਹਦਾ ਪ੍ਰੇਮ ਵਚਨ ਦੇ ਨਾਲ ਪ੍ਰਗਟ ਵੀ ਹੁੰਦਾ ਸੀ। ਬਾਈਬਲ ਦੇ ਵਿੱਚ ਲਿਖਿਆ, ਜਿਹਨੂੰ ਪਰਮੇਸ਼ਰ ਪ੍ਰੇਮ ਕਰਦਾ ਉਹਨੂੰ ਮਾਰਦਾ ਵੀ ਹੈ ਤੇ ਉਹਨੂੰ ਤਾੜਦਾ ਵੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਾਡੇ ਨਾਲ ਆਪਣਾ ਨਫ਼ਰਤ ਕਰ ਰਿਹਾ, ਸਾਨੂੰ ਇੱਦਾਂ ਕਰ ਰਿਹਾ। ਪ੍ਰਭੂ ਪ੍ਰੇਮ ਕਰਕੇ ਤੁਹਾਨੂੰ ਇੱਕ ਸਿੱਧ ਵਿਸ਼ਵਾਸ ਯੋਗਤਾ ਦਾ ਪਾਤਰ ਬਣਾ ਰਿਹਾ। ਇਹ ਮੇਰੀ ਬੁਲਾਹਟ ਦੇ ਵਿੱਚ ਹੋਣਾ ਚਾਹੀਦਾ ਹੈ। ਜੇ ਮੈਨੂੰ ਪ੍ਰਭੂ ਨੇ ਸੱਦਿਆ ਹੈ ਤਾਂ ਮੈਨੂੰ ਮਾਰਦਾ ਵੀ ਹੈ, ਮੈਨੂੰ ਤਾੜਦਾ ਵੀ ਹੈ। ਮੈਨੂੰ ਉਹਦੇ ਅਨੁਸਾਰ ਚੱਲਣ ਦੀ ਲੋੜ ਹੈ। ਮੈਨੂੰ ਉਹਦੇ ਪ੍ਰਤੀ ਹਾਰਦਿਕ ਪ੍ਰੇਮ ਦੇ ਵਿੱਚ ਇੱਕ ਨਮੂਨਾ ਬਣਨ ਦੀ ਲੋੜ ਹੈ, ਤਾਕਿ ਮੇਰੇ ਜੀਵਨ ਦੇ ਰਾਹੀਂ ਮਸੀਹ ਦਾ ਜੀਵਨ ਚਰਿੱਤਰ ਪ੍ਰਗਟ ਹੋ ਸਕੇ। ਜੇ ਇਹ ਚੀਜ਼ ਨਹੀਂ ਪ੍ਰਗਟ ਹੋ ਰਹੀ ਤਾਂ ਪਿਆਰੋ, ਸਾਡੇ ਸੱਦੇ ਜਾਣ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ। ਇਸ ਲਈ ਸਾਨੂੰ ਆਪਣੇ ਜੀਵਨ ਦੇ ਵਿੱਚ ਇਸ ਗੱਲ ਦਾ ਧਿਆਨ ਕਰਨਾ ਹੈ ਕਿ ਪਰਮੇਸ਼ਰ ਨੇ ਜੋ ਮੈਨੂੰ ਸੱਦਿਆ ਹੈ, ਕਿ ਮੈਂ ਉਸ ਵਿੱਚ ਉਸ ਦੇ ਪ੍ਰੇਮ ਨੂੰ ਜੋ ਉਸਨੇ ਮੇਰੇ ਨਾਲ ਕੀਤਾ ਮੈਂ ਪ੍ਰਗਟ ਕਰ ਰਿਹਾ ਦੂਸਰਿਆਂ ਦੇ ਵਿੱਚ। ਚਾਹੇ ਉਹ ਮੈਨੂੰ ਗਾਲਾਂ ਕੱਢ ਰਹੇ ਆ,
ਚਾਹੇ ਉਹ ਮੇਰੀ ਬੁਰਾਈ ਕਰ ਰਹੇ। ਮੈਨੂੰ ਕਈ ਵਾਰੀ ਪਤਾ ਲੱਗ ਜਾਂਦਾ, ਮੈਨੂੰ ਕਈ ਲੋਕ ਕਹਿੰਦੇ ਆ ਭਾਜੀ ਉਹ ਤੁਹਾਡੇ ਬਾਰੇ ਇਦਾਂ ਕਹਿ ਰਿਹਾ, ਉੱਦਾਂ ਕਹਿ ਰਿਹਾ। ਮੈਨੂੰ ਕੋਈ ਮਤਲਬ ਨਹੀਂ ਹੈ, ਮੈਂ ਫਿਰ ਵੀ ਉਹਨਾਂ ਨੂੰ ਜਾ ਕੇ ਬੁਲਾਉਂਦਾ, ਜੈ ਮਸੀਹ ਦੀ ਕਹਿੰਦਾ। ਕਿਉਂ ਕਹਿੰਦਾ? ਕਿਉਂਕਿ ਮੈਂ ਉਹਨਾਂ ਦਾ ਨਿਆਂ ਕਰਨ ਵਾਲਾ ਨਹੀਂ ਆ, ਨਿਆਂ ਕਰਨ ਵਾਲਾ ਪਰਮੇਸ਼ਵਰ ਹੈ। ਜੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਤੀ, ਮੈਂ ਬੋਲਣਾ ਸ਼ੁਰੂ ਕਰ ਦਿੱਤਾ, ਤਾਂ ਫਿਰ ਮੈਂ ਖੁਦ ਨਿਆਈ ਹੋ ਗਿਆ। ਮੈਨੂੰ ਬੁਲਾਇਆ ਜਿਹਨੇ ਹੈ ਉਹ ਮੇਰਾ ਨਿਆਂ ਕਰੇਗਾ। ਮੈਂ ਕੌਣ ਹੁੰਦਾ ਹਾਂ ਨਿਆਂ ਕਰਨ ਵਾਲਾ? ਇਹਦਾ ਮਤਲਬ ਮੈਨੂੰ ਆਪਣੀ ਬੁਲਾਹਟ ਦੇ ਵਿੱਚ ਇਸ ਗੱਲ ਦਾ ਬੋਧ ਹੋਣਾ ਚਾਹੀਦਾ ਹੈ ਕਿ ਮੇਰੇ ਜੀਵਨ ਦੇ ਰਾਹੀਂ ਪਰਮੇਸ਼ਰ ਪੁੱਤਰ ਦਾ ਪ੍ਰੇਮ ਪ੍ਰਗਟ ਹੋਵੇ, ਜਿਸ ਦੇ ਨਾਲ ਮੇਰੀ ਪਛਾਣ ਮਸੀਹ ਦੇ ਵਿੱਚ ਹੋ ਸਕੇ। ਇਹ ਸੱਦੇ ਜਾਣ ਦਾ ਦੂਸਰਾ ਕਾਰਨ ਹੈ। ਕੱਲ ਫੇਰ ਅਸੀਂ ਆਪ ਦੇ ਨਾਲ ਬੁਲਾਹਟ ਦੇ ਦੂਸਰੇ ਚਰਨਾਂ ਦੇ ਵਿੱਚ ਆਪਣਾ ਜਾਵਾਂਗੇ, ਜਿਸ ਵਿੱਚ ਅਸੀਂ ਦੇਖਾਂਗੇ ਕਿ ਉਸ ਦੇ ਵਚਨ ਵਿੱਚ ਜਿਹਨੂੰ ਪਰਮੇਸ਼ਰ ਨੇ ਸੱਦਿਆ, ਕਿ ਉਹ ਪਰਮੇਸ਼ਰ ਦੇ ਵਚਨ ਦੇ ਵਿੱਚ ਅਟਲ ਹੈ, ਕਿ ਉਹ ਪਰਮੇਸ਼ਰ ਦੇ ਵਚਨ ਵਿੱਚ ਵੱਧ ਰਿਹਾ ਹੈ, ਕਿ ਉਹ ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਰਿਹਾ ਹੈ। ਔਰ ਉਸ ਦੇ ਨਾਲ ਅਸੀਂ ਦੇਖਾਂਗੇ ਪ੍ਰਭੂ ਦੇ ਪਿੱਛੇ ਚੱਲਣ ਦੇ ਵਿੱਚ ਸਾਨੂੰ ਸਰਵਗ ਤਿਆਗ ਕਰਨਾ ਹੈ ਆਪਣੇ ਜੀਵਨ ਦਾ। ਇਹ ਕੱਲ ਦੋ ਗੱਲਾਂ ਦੇ ਉੱਤੇ ਮੈਂ ਫੇਰ ਆਪ ਦੇ ਨਾਲ ਗੱਲ ਕਰਾਂਗਾ, ਤਾਂ ਕਿ ਪਰਮੇਸ਼ਰ ਦੀ ਬੁਲਾਹਟ, ਮੈਨੂੰ ਜਿਸ ਨੇ ਬੁਲਾਇਆ ਹੈ, ਕਿ ਉਹ ਬੁਲਾਹਟ ਮੇਰੇ ਵਿੱਚ ਸਰਵ ਸਿੱਧ ਹੈ। ਜੇ ਉਹ ਮੇਰੇ ਵਿੱਚ ਸਰਵ ਸਿੱਧ ਹੈ ਤਾਂ ਸੱਚਮੁੱਚ ਮੈਂ ਮਸੀਹ ਦਾ ਚੇਲਾ ਹਾਂ। ਅਤੇ ਅੱਗੇ ਮੈਂ ਦੇਖਾਂਗਾ ਕਿ ਪ੍ਰਭੂ ਨੇ ਜਿਹਨੇ ਮੈਨੂੰ ਸੱਦਿਆ ਹੈ, ਉਹਨੇ ਮੈਨੂੰ ਕਿਹੜੀ ਸੇਵਾ ਦੇ ਲਈ ਸੱਦਿਆ ਹੈ। ਬਹੁਤ ਸਾਰੀਆਂ ਸੇਵਾਵਾਂ ਹੈ ਜਿਹੜੀਆਂ ਕਲੀਸਿਆ ਦੇ ਵਿੱਚ ਵਿਸ਼ਵਾਸੀਆਂ ਦੇ ਲਈ ਹੈ। ਬਹੁਤ ਸਾਰੀਆਂ ਸੇਵਾਵਾਂ ਹੈ ਜਿਸ ਦੇ ਵਿੱਚ ਪਰਮੇਸ਼ਰ ਸਾਫ਼ ਰੀਤੀ ਨਾਲ ਮੈਨੂੰ ਆਪਣੀ ਸੇਵਾ ਦੇ ਲਈ ਸੱਦਦਾ ਹੈ। ਬਹੁਤੇ ਲੋਕ ਉੱਠ ਖੜੇ ਹੋਏ ਆ, ਲੇਕਿਨ ਉਹਨਾਂ ਦੇ ਵਿੱਚ ਉਹ ਸੇਵਾ ਦਾ ਗੁਣ ਨਹੀਂ ਹੈ, ਸੇਵਾ ਦਾ ਵਿਕਾਰ ਨਹੀਂ ਹੈ। ਮੈਂ ਇਸ ਦੇ ਨਾਲ ਕੱਲ ਆਪ ਦੇ ਨਾਲ ਗੱਲ ਕਰਾਂਗਾ। ਪ੍ਰਭੂ ਆਪ ਨੂੰ ਅੱਜ ਦੇ ਇਸ ਵਚਨ ਨੂੰ ਸਿੱਖਣ ਅਤੇ ਸਮਝਣ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।